ਇਲੈਕਸ਼ਨ ਨੇ ਗੁਜਰਾਤ ਦੇ ਵਿੱਚ ਹਿਮਾਚਲ ਦੇ ਵਿੱਚ ਕਿਵੇਂ ਦੀ ਤਿਆਰੀਆਂ ਨੇ ਬੀਜੇਪੀ ਵੱਲੋਂ ਕਿਉਂਕਿ ਲਗਾਤਾਰ ਪ੍ਰਚਾਰ ਤੁਸੀਂ ਵੀ ਕਰ ਰਹੇ ਹੋ। ਦੂਜੇ ਪਾਸੇ ਇਸ ਵਾਰ ਆਮ ਆਦਮੀ ਪਾਰਟੀ ਆਪਣਾ ਸਿੱਕਾ ਜਮਾਨ ਦੇ ਵਿੱਚ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਦਾ ਪੈਕਅਪ ਹੈ। ਮੈਂ ਜਾ ਕੇ ਮੈਂ ਤਾਂ ਉੱਥੇ ਹੀ ਆ ਇਲੈਕਸ਼ਨ 'ਚ ਕਿਤੇ ਉਹਨਾਂ ਦਾ ਝੰਡਾ ਡੰਡਾ ਦਿਖਦਾ ਨਹੀਂ। ਹਿਮਾਚਲ ਦੇ ਵਿੱਚ ਫਾਈਟ ਕਿਹਦੇ ਨਾਲ ਹੈ ਫਿਰ ਅਗਰ ਆਮ ਆਦਮੀ ਪਾਰਟੀ ਤੁਹਾਡੀ ਲਾਇਕ 'ਚ ਨਹੀਂ ਹੈ? ਕਾਂਗਰਸ ਨਾਲ ਹੀ ਫਾਈਟ ਹੈ। ਹਿਮਾਚਲ ਗੁਜਰਾਤ 'ਚ ਵੀ ਕਾਂਗਰਸ ਨਾਲ ਹੀ ਫਾਈਟ ਹੈ। ਰਾਹੁਲ ਗਾਂਧੀ ਲਗਾਤਾਰ ਜਨਤਾ ਜੋੜ ਦੇ ਅੰਦੋਲਨ ਦੇ ਵਿੱਚ ਚਲੇ ਹੋਏ ਨੇ ਕਿ ਸੜਕਾਂ ਦੇ ਉੱਤੇ ਸਫ਼ਰ ਕਰ ਰਹੇ ਨੇ ਕਿ ਅਸੀਂ ਨਾਲ ਜੋੜ ਰਹੇ ਹਾਂ ਪੂਰੇ ਦੇਸ਼ ਨੂੰ, ਉਸ ਨੂੰ ਕਿਵੇਂ ਦੇਖਦੇ? ਬੇਸਿਕਲੀ ਭਾਰਤ ਤੋੜੋ ਯਾਤਰਾ ਹੈ। ਤੁਸੀਂ ਦੇਖੋ ਕੱਲ੍ਹ ਉਹ ਕਰਨਾਟਕਾ ਗਏ ਔਰ ਕਰਨਾਟਕਾ ਦੇ ਉਹਨਾਂ ਦੇ ਮੰਤਰੀ ਨੇ ਜੋ ਬਿਆਨ ਦਿੱਤਾ ਹੈ ਹਿੰਦੂ ਧਰਮ ਦੇ ਬਾਰੇ 'ਚ ਬਹੁਤ ਹੀ ਨਿੰਦਣਯੋਗ ਹੈ। ਪੰਜਾਬ ਦੇ ਵਿੱਚ ਬੀਤੇ ਦਿਨੀ ਸੁਦੇਸ਼ ਸੋਨੀ ਦਾ ਜਿਹੜਾ ਕਤਲ ਹੋਇਆ ਹੈ, ਗੋਲੀਆਂ ਮਾਰ ਕੇ ਦਿਨ ਦਿਹਾੜੇ ਭੁੰਨ ਦਿੱਤਾ, ਕਿਵੇਂ ਦੇਖਦੇ ਹੋ? ਲਾਅ ਐਂਡ ਆਰਡਰ ਦੀ ਸਥਿਤੀ ਕੀ ਚੱਲ ਰਹੀ ਹੈ ਪੰਜਾਬ ਦੇ ਵਿੱਚ? ਜਦੋਂ ਦੀ ਇਹ ਸਰਕਾਰ ਆਈ ਹੈ ਲਾਅ ਐਂਡ ਆਰਡਰ ਜਿਹੜਾ ਲਗਾਤਾਰ ਡਿੱਗਦਾ ਜਾ ਰਿਹਾ, ਚਾਹੇ ਉਹ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਚਾਹੇ ਸੰਦੀਪ ਅੰਬੀਆਂ ਸਾਡੇ ਅੰਤਰਰਾਸ਼ਟਰੀ ਖਿਡਾਰੀ ਦਾ ਕਤਲ ਹੋਵੇ। ਗੁਜਰਾਤ ਦੇ ਵਿੱਚੋਂ ਜਦੋਂ ਵੀ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਆਉਂਦੇ ਨੇ ਕਹਿੰਦੇ ਕਿ ਸ਼ਹਿਰ ਤਾਂ ਠੀਕ ਹੈ ਕਿ ਮੋਦੀ ਜੀ ਨੇ ਵਧੀਆ ਬਣਾਤਾ, ਪਰ ਪਿੰਡਾਂ ਦਾ ਬੁਰਾ ਹਾਲ ਹੈ। ਖੂਨਦਾਨ ਸਭ ਤੋਂ ਵੱਡਾ ਦਾਨ ਹੈ ਕਿਉਂਕਿ ਇੱਕ ਕਤਰੇ ਦੇ ਨਾਲ ਕਿਸੇ ਦੀ ਜਾਨ ਵੀ ਬਚ ਸਕਦੀ ਹੈ। ਇਸ ਨੂੰ ਲੈ ਕੇ ਪੰਜਾਬ ਇੱਕ ਇੱਦਾਂ ਦਾ ਸੂਬਾ ਹੈ ਜਿੱਥੇ ਕਿ ਸਭ ਤੋਂ ਜ਼ਿਆਦਾ ਖੂਨਦਾਨ ਕੈਂਪ ਲੱਗਦੇ ਨੇ ਤੇ ਅੱਜ ਮੋਹਾਲੀ ਜ਼ਿਲ੍ਹੇ ਦੇ ਕਸਬਾ ਨਵਾਂ ਗਰਾਉਂ ਦੇ ਵਿੱਚ ਕੌਂਸਲਰ ਬੱਬਲ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਜਿੱਥੇ ਕਿ ਬੀਜੇਪੀ ਦੇ ਸੀਨੀਅਰ ਲੀਡਰ ਪਹੁੰਚੇ ਨੇ। ਸੁਭਾਸ਼ ਸ਼ਰਮਾ ਜਿਹੜੇ ਜਨਰਲ ਸੈਕਟਰੀ ਪੰਜਾਬ ਬੀਜੇਪੀ ਦੇ ਨੇ ਸਾਡੇ ਨਾਲ। ਸ਼ਰਮਾ ਜੀ, ਕਿਵੇਂ ਦੇਖਦੇ ਹੋ ਕਿ ਦੱਸਿਆ ਜਾਂਦਾ ਕਿ ਕਤਰੇ ਦੇ ਨਾਲ ਕਿਸੇ ਦੀ ਜਾਨ ਹੀ ਬਚ ਸਕਦੀ ਹੈ, ਕਿਵੇਂ ਦੇਖਦੇ ਹੋ ਕਿ ਬੱਬਲ ਜੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਵੱਡਾ ਉਪਰਾਲਾ ਕੀਤਾ? ਨਹੀਂ, ਬਿਲਕੁਲ ਜੀ, ਖੂਨਦਾਨ ਨੂੰ ਮਹਾਦਾਨ ਕਿਹਾ ਗਿਆ ਹੈ ਔਰ ਲੋਕਾਂ ਨੂੰ ਜੀਵਨ ਦੇਣ ਵਾਲਾ ਇਹ ਦਾਨ ਹੈ। ਔਰ ਮੈਂ ਸਮਝਦਾ ਕਿ ਬੱਬਲ ਜੀ ਸਾਡੇ ਬੜੇ ਯੁਵਾ ਨੇਤਾ ਨੇ, ਬੜੇ ਜੁਝਾਰੂ ਨੇਤਾ ਨੇ ਔਰ ਇਹ 10ਵਾਂ ਕੈਂਪ ਹੈ। ਮਤਲਬ ਹਰ ਸਾਲ ਇਹ ਆਪਣੇ ਪਿਤਾ ਜੀ ਦੀ ਸਵਰਗੀ ਹੁਕਮ ਚੰਦ ਜੀ ਦੀ ਬਰਸੀ 'ਤੇ ਕੈਂਪ ਲਗਾਉਂਦੇ ਨੇ। ਮੈਂ ਪਹਿਲਾਂ ਵੀ ਇਸ ਕੈਂਪ 'ਚ ਆਇਆ ਔਰ ਮੈਂ ਸਮਝਦਾ ਕਿ ਬਹੁਤ ਅੱਛਾ ਤਰੀਕਾ ਹੈ ਆਪਣੇ ਵੱਡਿਆਂ ਨੂੰ ਯਾਦ ਕਰਨ ਦਾ, ਜਿੱਥੇ ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਵੀ ਦਿੰਦੇ ਆ, ਉੱਥੇ ਮਾਨਵਤਾ ਦੀ ਸੇਵਾ ਵੀ ਕਰਦੇ ਆ ਤੇ ਉਹਨਾਂ ਨੂੰ ਵੀ ਉੱਪਰ ਬੈਠੇ ਪ੍ਰਸੰਨਤਾ ਹੋਏਗੀ ਕਿ ਸਾਡੇ ਜਿਹੜੇ ਬੱਚੇ ਨੇ, ਸਾਡੀ ਜਿਹੜੀ ਪੀੜ੍ਹੀ ਆ ਉਹ ਚੰਗਾ ਕੰਮ ਕਰ ਰਹੀ ਹੈ, ਨੇਕ ਕੰਮ ਕਰ ਰਹੀ ਹੈ। ਤਾਂ ਬਹੁਤ ਅੱਛਾ ਸੁਨੇਹਾ ਵੀ ਹੈ, ਸਮਾਜ ਲਈ ਵੀ ਇਹ ਸੁਨੇਹਾ ਹੈ ਕਿ ਅਸੀਂ ਜਦੋਂ ਵੀ ਆਪਣੇ ਵੱਡਿਆਂ ਦੀਆਂ ਕੋਈ ਇਸ ਪ੍ਰਕਾਰ ਦੀ ਯਾਦ ਮਨਾਈਏ ਤੇ ਕੋਈ ਨਾ ਕੋਈ ਸੇਵਾ ਦਾ ਕੰਮ, ਮਾਨਵਤਾ ਦੀ ਸੇਵਾ ਦਾ ਕੰਮ ਕਰੀਏ ਔਰ ਉਹਦੇ 'ਚ ਖੂਨਦਾਨ ਤੇ ਬਹੁਤ ਵੱਡੀ ਮਾਨਵਤਾ ਦੀ ਸੇਵਾ ਹੈ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਬੱਬਲ ਜੀ ਸਾਡੇ ਇਸ ਕੰਮ 'ਚ ਲੱਗੇ ਹੋਏ ਨੇ। ਅੱਛਾ, ਇਲੈਕਸ਼ਨ ਨੇ ਗੁਜਰਾਤ ਦੇ ਵਿੱਚ ਹਿਮਾਚਲ ਦੇ ਵਿੱਚ ਕਿਵੇਂ ਦੀ ਤਿਆਰੀਆਂ ਨੇ ਬੀਜੇਪੀ ਵੱਲੋਂ ਕਿਉਂਕਿ ਲਗਾਤਾਰ ਪ੍ਰਚਾਰ ਤੁਸੀਂ ਵੀ ਕਰ ਰਹੇ ਹੋ। ਦੂਜੇ ਪਾਸੇ ਇਸ ਵਾਰ ਆਮ ਆਦਮੀ ਪਾਰਟੀ ਆਪਣਾ ਸਿੱਕਾ ਜਮਾਨ ਦੇ ਵਿੱਚ ਲੱਗੀ ਹੋਈ ਹੈ। ਹਿਮਾਚਲ 'ਚ ਤਾਂ ਆਮ ਆਦਮੀ ਪਾਰਟੀ ਦਾ ਪੈਕਅਪ ਹੈ। ਮੈਂ ਜਾ ਕੇ ਮੈਂ ਤਾਂ ਉੱਥੇ ਹੀ ਆ ਇਲੈਕਸ਼ਨ 'ਚ ਕਿਤੇ ਉਹਨਾਂ ਦਾ ਝੰਡਾ ਡੰਡਾ ਦਿਖਦਾ ਨਹੀਂ ਹੁਣ ਔਰ ਉਹ ਬਿਲਕੁਲ ਵਿਡਰੋ ਹੀ ਕਰ ਗਏ ਨੇ। ਮੈਨੂੰ ਲੱਗਦਾ ਉਹਨਾਂ ਨੂੰ ਸਮਝ ਆ ਗਈ ਹੈ ਕਿ ਜੋ ਪੰਜਾਬ ਦੀ ਉਹਨਾਂ ਨੇ ਦੁਰਦਸ਼ਾ ਕੀਤੀ ਹੈ ਪਿਛਲੇ 7 ਮਹੀਨੇ 'ਚ, ਉਹਦਾ ਸਿੱਧਾ ਅਸਰ ਹਿਮਾਚਲ 'ਤੇ, ਕਿਉਂਕਿ ਪੰਜਾਬ ਤੇ ਹਿਮਾਚਲ 'ਤੇ ਲੱਗਦੇ ਹੁਣ ਮੈਂ ਕੈਂਪੇਨ ਕਰ ਰਿਹਾ, ਪਤਾ ਹੀ ਨਹੀਂ ਚੱਲਦਾ ਕਿਹੜਾ ਪਿੰਡ ਨੰਗਲ ਦਾ ਤੇ ਕਿਹੜਾ ਪਿੰਡ ਉਨੇ ਦਾ ਜਾਂ ਹਰੋਲੀ ਦਾ, ਨਾਲ ਲੱਗੇ ਨੇ। ਇਸ ਕਰਕੇ ਇੱਥੋਂ ਉਹਨਾਂ ਨੇ ਪੈਕਅਪ ਕਰ ਲਿਆ। ਗੁਜਰਾਤ 'ਚ ਵੀ ਸ਼ੋਰ ਜ਼ਿਆਦਾ ਹੈ, ਨਤੀਜਾ 0 ਹੈ। ਤੁਸੀਂ ਹਰਿਆਣੇ 'ਚ ਦੇਖ ਹੀ ਲਿਆ, ਆਦਮਪੁਰ ਦੀਆਂ ਉਪ ਚੋਣਾਂ 'ਚ ਵੀ ਜ਼ੋਰ ਸ਼ੋਰ ਨਾਲ ਕੰਪੇਨ ਕੀਤੀ ਸੀ ਔਰ ਕੇਜਰੀਵਾਲ ਸਾਹਿਬ ਨੇ ਜਾਏ ਕਿਹਾ ਸੀ ਜੀ ਮੈਂ ਤਾਂ ਆਦਮਪੁਰ ਤਾਂ ਮੇਰੇ ਰਿਸ਼ਤੇਦਾਰ ਨੇ, ਮੇਰਾ ਚਾਚਾ, ਪਤਾ ਨਹੀਂ 500-700 ਰਿਸ਼ਤੇਦਾਰੀਆਂ ਗਿਣਾਤੀਆਂ ਸੀ, ਉਹਦੀਆਂ ਵੋਟਾਂ ਨਹੀਂ ਟੋਟਲ ਪਈਆਂ। ਜ਼ਮਾਨਤ ਜ਼ਬਤ ਹੋ ਗਈ ਆਮ ਆਦਮੀ ਪਾਰਟੀ ਦੀ। ਲੋਕ ਝੂਠ ਤੋਂ, ਪ੍ਰੋਪੇਗੰਡਾ ਤੋਂ ਅੱਕ ਚੁੱਕੇ ਆ। ਉਹਨਾਂ ਨੂੰ ਡਿਲੀਵਰੀ ਚਾਹੀਦੀ ਹੈ, ਪਰਫਾਰਮੈਂਸ ਚਾਹੀਦੀ ਹੈ। ਔਰ ਜੋ ਦੇਖੋ ਦਿੱਲੀ ਇਹਨਾਂ ਨੂੰ ਐਕਸਪੋਜ਼ ਨਹੀਂ ਕਰ ਸਕਿਆ, ਪੰਜਾਬ ਵਾਲਿਆਂ ਨੇ ਜੇ ਸਿਰੇ ਚੜਾਇਆ ਸੀ ਨਾ ਤਾਂ ਪੰਜਾਬ ਵਾਲੇ ਐਕਸਪੋਜ਼ ਵੀ ਕਰ ਰਹੇ। ਤੁਸੀਂ ਦੇਖੋ ਗੁਜਰਾਤ ਹਿਮਾਚਲ 'ਚ ਆਪੇ ਆਪ ਲੋਕ ਪਹੁੰਚ ਰਹੇ ਆ ਪੰਜਾਬ ਦੇ ਉੱਥੇ, ਮਾਈਕ ਲਾ ਕੇ ਟੈਂਪੂ ਲਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਅਸੀਂ ਧੋਖਾ ਖਾ ਲਿਆ, ਤੁਸੀਂ ਨਾ ਖਾ ਜਿਓ। ਇਹ ਸੋਲਣ ਗਿਆ 88 ਟੀਚਰ ਪਹੁੰਚ ਗਏ ਉੱਥੇ ਦੀ ਸਭਾ 'ਚ। ਸੋ ਇਸ ਕਰਕੇ ਜੋ ਪੰਜਾਬ ਨਾਲ ਇਹਨਾਂ ਨੇ ਕੀਤਾ ਹੈ, ਪੰਜਾਬ ਵਾਲੇ ਤਾਂ ਢੋਲ ਵਜਾ ਕੇ ਦੱਸ ਰਹੇ ਆ, ਗੁਜਰਾਤ ਹਿਮਾਚਲ ਵਾਲਿਆਂ ਨੂੰ ਨਤੀਜਾ 0 ਹੈ ਇਹਨਾਂ ਦਾ। ਹਿਮਾਚਲ ਦੇ ਵਿੱਚ ਫਾਈਟ ਕਿਹਦੇ ਨਾਲ ਹੈ ਫਿਰ ਅਗਰ ਆਮ ਆਦਮੀ ਪਾਰਟੀ ਤੁਹਾਡੀ ਲਾਇਕ 'ਚ ਨਹੀਂ ਹੈ? ਕਾਂਗਰਸ ਨਾਲ ਹੀ ਫਾਈਟ ਹੈ। ਹਿਮਾਚਲ ਗੁਜਰਾਤ 'ਚ ਵੀ ਕਾਂਗਰਸ ਨਾਲ ਹੀ ਫਾਈਟ ਹੈ। ਆਮ ਆਦਮੀ ਪਾਰਟੀ ਹਿਮਾਚਲ 'ਚ ਤਾਂ ਵਿਡਰੋ ਹੀ ਕਰਕੇ ਆ ਹੀ ਨਹੀਂ ਰਹੇ, ਗੁਜਰਾਤ 'ਚ ਜਾ ਜ਼ਰੂਰ ਰਹੇ ਨੇ ਪਰ ਲੋਕੀ ਮੂੰਹ ਨਹੀਂ ਲਾ ਰਹੇ। ਬੀਜੇਪੀ ਦੀ ਲੜਾਈ ਜਿਹੜੀ ਆ ਉਹ ਕਾਂਗਰਸ ਨਾਲ ਹੈ ਔਰ ਕਾਂਗਰਸ ਕਮਜ਼ੋਰ ਹੈ। ਔਰ ਤੁਸੀਂ ਦੇਖੋਗੇ ਦੋਨਾਂ ਸਟੇਟਾਂ 'ਚ ਸਾਡਾ ਜਿਹੜਾ ਡਿਵੈਲਪਮੈਂਟ ਹੈ, ਵਿਕਾਸ ਹੈ, ਜਿਹੜੀ ਡਬਲ ਇੰਜਨ ਦੀ ਸਰਕਾਰ ਚੱਲੀ ਹੈ, ਉਹਦੇ ਪ੍ਰਤੀ ਲੋਕਾਂ 'ਚ ਬਹੁਤ ਉਤਸ਼ਾਹ ਹੈ ਔਰ ਬਹੁਤ ਵੱਡੇ ਪ੍ਰਚੰਡ ਬਹੁਮਤ ਨਾਲ ਦੋਨਾਂ ਸਟੇਟਾਂ 'ਚ ਜਿੱਤ ਰਹੇ। ਰਾਹੁਲ ਗਾਂਧੀ ਲਗਾਤਾਰ ਜਨਤਾ ਜੋੜ ਦੇ ਅੰਦੋਲਨ ਦੇ ਵਿੱਚ ਚਲੇ ਹੋਏ ਨੇ ਕਿ ਸੜਕਾਂ ਦੇ ਉੱਤੇ ਸਫ਼ਰ ਕਰ ਰਹੇ ਨੇ ਕਿ ਅਸੀਂ ਨਾਲ ਜੋੜ ਰਹੇ ਹਾਂ ਪੂਰੇ ਦੇਸ਼ ਨੂੰ, ਉਸ ਨੂੰ ਕਿਵੇਂ ਦੇਖਦੇ? ਬੇਸਿਕਲੀ ਭਾਰਤ ਤੋੜੋ ਯਾਤਰਾ ਹੈ ਉਹਨਾਂ ਦੀ, ਰੋਜ਼ ਨਿਤ ਨਵਾਂ ਐਸਾ। ਤੁਸੀਂ ਦੇਖੋ ਕੱਲ੍ਹ ਉਹ ਕਰਨਾਟਕਾ ਗਏ ਔਰ ਕਰਨਾਟਕਾ ਦੇ ਉਹਨਾਂ ਦੇ ਮੰਤਰੀ ਨੇ ਜੋ ਬਿਆਨ ਦਿੱਤਾ ਹੈ ਹਿੰਦੂ ਧਰਮ ਦੇ ਬਾਰੇ 'ਚ ਬਹੁਤ ਹੀ ਨਿੰਦਣਯੋਗ ਹੈ, ਬਹੁਤ ਹੀ ਸ਼ਰਮਨਾਕ ਹੈ। ਰਾਹੁਲ ਗਾਂਧੀ ਦੇ ਇਰਦ ਗਿਰਦ ਐਸੇ ਲੋਕ ਇਕੱਠੇ ਹੋ ਗਏ ਹੈ ਜਿਨ੍ਹਾਂ ਨੂੰ ਮੋਦੀ ਨਾਲ ਤੇ ਨਫ਼ਰਤ ਹੈ, ਸਾਨੂੰ ਕੋਈ ਇਤਰਾਜ਼ ਨਹੀਂ, ਹੋ ਵੀ
ਲੇਕਿਨ ਮੋਦੀ ਦੇ ਲਈ ਭਾਰਤ ਨਾਲ ਨਫ਼ਰਤ ਕਰੀ ਜਾਂਦੇ ਆ, ਹਿੰਦੁਸਤਾਨ ਨਾਲ ਨਫ਼ਰਤ ਕਰੀ ਜਾਂਦੇ ਆ, ਦੇਸ਼ ਦੇ ਖਿਲਾਫ ਕੰਮ ਕਰੀ ਜਾਂਦੇ ਆ। ਸੋ ਇਸ ਕਰਕੇ ਇਹਨਾਂ ਦੀ ਯਾਤਰਾ ਜਿਹੜੀ ਹੈ ਉਹਨੂੰ ਕੋਈ ਪਬਲਿਕ ਹੁੰਗਾਰਾ ਨਹੀਂ ਮਿਲ ਰਿਹਾ। ਬਿਲਕੁਲ ਉਹ ਜਿਹਨੂੰ ਕਹਿ ਲਓ ਕਿ ਵੀ ਇੱਕ ਪਿਕਨਿਕ ਦੀ ਤਰ੍ਹਾਂ ਯਾਤਰਾ ਚੱਲ ਰਹੀ ਹੈ, ਸਾਨੂੰ ਕੋਈ ਇਤਰਾਜ਼ ਨਹੀਂ ਚਲਾਉਣ। ਪੰਜਾਬ ਦੇ ਵਿੱਚ ਬੀਤੇ ਦਿਨੀ ਸੁਦੇਸ਼ ਸੂਰੀ ਦਾ ਜਿਹੜਾ ਕਤਲ ਹੋਇਆ ਹੈ, ਗੋਲੀਆਂ ਮਾਰ ਕੇ ਦਿਨ ਦਿਹਾੜੇ ਭੁੰਨ ਦਿੱਤਾ, ਕਿਵੇਂ ਦੇਖਦੇ ਹੋ? ਲਾਅ ਐਂਡ ਆਰਡਰ ਦੀ ਸਥਿਤੀ ਕੀ ਚੱਲ ਰਹੀ ਹੈ ਪੰਜਾਬ ਦੇ ਵਿੱਚ? ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਹਾਂ ਕਿ ਜਦੋਂ ਦੀ ਇਹ ਸਰਕਾਰ ਆਈ ਹੈ, ਲਾਅ ਐਂਡ ਆਰਡਰ ਜਿਹੜਾ ਲਗਾਤਾਰ ਡਿੱਗਦਾ ਜਾ ਰਿਹਾ ਹੈ। ਚਾਹੇ ਉਹ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ, ਚਾਹੇ ਸੰਦੀਪ ਪੰਬੀਆਂ ਸਾਡੇ ਅੰਤਰਰਾਸ਼ਟਰੀ ਖਿਡਾਰੀ ਦਾ ਕਤਲ ਹੋਵੇ, ਚਾਹੇ ਉਹ ਸੁਦੀਪ ਸੂਰੀ ਦਾ ਕਤਲ ਹੋਵੇ, ਇਹ ਦਿਨ ਦਿਹਾੜੇ ਜਿਸ ਪ੍ਰਕਾਰ ਹੱਤਿਆਵਾਂ ਹੋ ਰਹੀਆਂ ਉਹ ਦਿਖਾ ਰਹੀਆਂ ਨੇ ਕਿ ਜਿਹੜੇ ਦੋਸ਼ੀ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਐਲੀਮੈਂਟਸ ਉਹਨਾਂ ਦੇ ਹੌਸਲੇ ਵਧੇ ਹੋਏ ਨੇ। ਗੈਂਗਸਟਰ ਜਿਸ ਤਰ੍ਹਾਂ ਨਾਲ ਪੰਜਾਬ 'ਚ ਪਨਪ ਰਹੇ ਨੇ। ਮੈਂ ਅੱਜ ਹੀ ਆ ਰਿਹਾ ਸੀ ਤਾਂ ਸਾਡੇ ਸੰਜੀਵ ਜੀ ਦੱਸ ਰਹੇ ਸੀ ਕਿ ਮੋਹਾਲੀ ਦੇ ਇੱਕ ਜੂਲਰ ਨੂੰ ਕਾਲ ਆਈ ਹੋਈ ਹੈ ਐਕਸਟੋਰਸ਼ਨ ਦੀ। ਸ਼ਹਿਰ ਦੇ ਕਿਸੇ ਪੰਜਾਬ ਦੇ ਸ਼ਹਿਰ 'ਚ ਕੋਈ ਵਪਾਰੀ ਐਸਾ ਨਹੀਂ ਹੈ ਜਿਹਨੂੰ ਧਮਕੀਆਂ ਨਹੀਂ ਆ ਰਹੀਆਂ, ਜਿਹਨੂੰ ਐਕਸਟੋਰਸ਼ਨ ਲਈ ਫਿਰੌਤੀ ਲਈ ਕਾਲਸ ਨਹੀਂ ਆ ਰਹੀਆਂ। ਸੋ ਸਰਕਾਰ ਜਿਹੜੀ ਆ ਉਹ ਕੰਨਾਂ 'ਚ ਤੇਲ ਪਾ ਕੇ ਸੁੱਤੀ ਪਈ ਹੈ, ਕੁੰਭ ਕਰਨੀ ਨੀਂਦ। ਮੁੱਖ ਮੰਤਰੀ ਸਾਹਿਬ ਨੂੰ ਤਾਂ ਫੁਰਸਤ ਨਹੀਂ ਹੈਗੀ ਕੇਜਰੀਵਾਲ ਦੀ ਰਾਜਨੀਤੀ ਚਮਕਾਉਣ ਤੋਂ। ਸੋ ਸਰਕਾਰ ਦੀ ਬੁਰੀ ਹਾਲਤ ਹੈ ਔਰ ਉਹਦੇ ਕਰਕੇ ਪੰਜਾਬ ਬਹੁਤ ਬੁਰੀ ਹਾਲਤ 'ਚ ਹੈ। ਗੁਜਰਾਤ ਦੇ ਵਿੱਚੋਂ ਜਦੋਂ ਵੀ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਆਉਂਦੇ ਨੇ, ਕਹਿੰਦਾ ਕਿ ਸ਼ਹਿਰ ਤਾਂ ਠੀਕ ਹੈ ਕਿ ਮੋਦੀ ਜੀ ਨੇ ਵਧੀਆ ਬਣਾਤਾ, ਪਰ ਪਿੰਡਾਂ ਦਾ ਬੁਰਾ ਹਾਲ ਹੈ। ਅਸਲ 'ਚ ਨਾ ਇਹਨਾਂ ਨੂੰ ਝੂਠ ਬੋਲਣ ਦੀ ਆਦਤ ਹੈ। ਇਹਨਾਂ ਨੂੰ ਕੋਈ ਗੁਜਰਾਤ ਦੇ ਪਿੰਡਾਂ ਦੀ ਫੋਟੋ ਖਿੱਚ ਕੇ ਜਿਹੜਾ ਦਿੱਲੀ ਦੇ ਪਿੰਡਾਂ ਨਾਲ ਕੰਪੇਅਰ ਕਰ ਲਓ। ਮੈਂ ਤਾਂ ਦਿੱਲੀ ਇਲੈਕਸ਼ਨ ਜਾ ਕੇ ਆਇਆ ਪਿਛਲੀ ਵਾਰੀ, ਕਾਰਪੋਰੇਸ਼ਨ ਦੀਆਂ ਸਰਕਾਰ ਬਣ ਗਈ ਸੀ ਤਾਂ ਇਹਨਾਂ ਨੂੰ ਫਿਰ ਜਾਣਾ। ਦਿੱਲੀ ਦੇ ਪਿੰਡ ਨਰਕ ਨਹੀਂ ਸੀ, ਗੰਦਗੀ ਦੇ ਮਾਮਲੇ 'ਚ ਲਾਈਟ ਨਹੀਂ ਹੈਗੀ, ਬੁਰਾ ਹਾਲ ਹੈ। ਗੁਜਰਾਤ 'ਚ ਤਾਂ ਮੋਦੀ ਜੀ ਨਰਮਦਾ ਦਾ ਪਾਣੀ ਰੇਗਿਸਤਾਨ 'ਚ ਲੈ ਗਏ। ਅੱਜ ਗੁਜਰਾਤ ਦੇ ਪਿੰਡ, ਗੁਜਰਾਤ ਦੀ ਖੇਤੀ ਜਿਹੜੀ ਆ ਉਹ ਹਿੰਦੁਸਤਾਨ 'ਚ ਸਭ ਤੋਂ ਅੱਗੇ ਹੈ। 10% ਤੋਂ ਜ਼ਿਆਦਾ ਦੀ ਗਰੋਥ ਰੇਟ ਹੈ ਗੁਜਰਾਤ ਦੀ ਐਗਰੀਕਲਚਰ ਸੈਕਟਰ ਦੀ। ਉੱਥੋਂ ਦਾ ਕਿਸਾਨ ਜਿਹੜਾ ਹੈ ਉਹ ਸਮਰਿੱਧ ਕਿਸਾਨ ਹੋ ਗਿਆ ਹੋਇਆ ਸਿਰਫ ਮੋਦੀ ਜੀ ਦੇ ਕਰਕੇ। ਇਸ ਕਰਕੇ ਇਹਨਾਂ ਦੇ ਪ੍ਰਚਾਰ ਨੂੰ ਉੱਥੇ ਕੋਈ ਮੂੰਹ ਨਹੀਂ ਲਾ ਰਿਹਾ। ਤੁਸੀਂ ਦੇਖੋਗੇ ਜਦੋਂ ਨਤੀਜੇ ਆਣਗੇ ਉਲਟੇ ਮੂੰਹ ਪੈਣਗੇ ਜਿੱਦਾਂ ਆਦਮਪੁਰ 'ਚ ਪਏ ਸੀ। ਠੀਕ ਹੈ, ਬਿਲਕੁਲ। ਤੁਸੀਂ ਦੇਖੋਗੇ ਸਨ ਸੁਭਾਸ਼ ਸ਼ਰਮਾ ਤੇ ਅਬਲ ਜੀ, ਕਿਵੇਂ ਦੇਖਦੇ ਹੋ ਕਿ ਅੱਜ ਚੀਫ ਗੈਸਟ ਤੌਰ ਤੇ ਸੁਭਾਸ਼ ਸ਼ਰਮਾ ਜੀ ਪਹੁੰਚੇ ਨੇ, ਕਮਲਦੀਪ ਸੈਣੀ ਨੇ, ਵਿਸ਼ਟ ਜੀ ਨੇ, ਤਾਂ ਕਿਵੇਂ ਦੇਖਦੇ ਹੋ ਕਿ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ, ਕੀ ਸੰਦੇਸ਼ ਦਵੋਗੇ ਲੋਕਾਂ ਨੂੰ? ਮੈਂ ਇਹ ਸੰਦੇਸ਼ ਦਿੰਦਾ, ਜਿਹੜਾ ਇੱਕ ਖੂਨ ਹੈ, ਹੋਰ ਚੀਜ਼ਾਂ ਬਹੁਤ ਬਣ ਜਾਂਦੀਆਂ, ਇੱਕ ਖੂਨ ਹੈ ਜਿਹੜੀ ਇਹ ਕ੍ਰਿਤਰਿਮ ਨਹੀਂ ਬਣਦਾ। ਤੇ ਇਸ ਟਾਈਮ ਬਿਮਾਰੀ ਬਹੁਤ ਚੱਲ ਰਹੀ ਹੈ, ਇਸ ਟਾਈਮ ਸ਼ਾਰਟੇਜ ਹੋ ਜਾਂਦੀ ਹੈ ਡੇਂਗੂ ਕਰਕੇ, ਤੇ ਇੱਕ ਚਿਕਨਗੁਨੀਆ ਚੱਲਿਆ, ਤਾਂ ਉਸ ਕਰਕੇ ਸਾਰਿਆਂ ਨੂੰ ਬਲੱਡ ਡੋਨੇਟ ਕਰਨ ਦੀ ਜ਼ਰੂਰਤ। ਬਿਲਕੁਲ। ਤੁਸੀਂ ਦੇਖੋ ਕਿ ਕੋਈ ਅਜੇ ਤੱਕ ਫੈਕਟਰੀ ਨਹੀਂ ਬਣੀ ਜਿਹਦੇ ਵਿੱਚ ਖੂਨ ਤਿਆਰ ਹੁੰਦਾ ਹੋਵੇ, ਪਰ ਇੱਕ ਇੱਦਾਂ ਦਾ ਉਪਰਾਲਾ ਨੌਜਵਾਨਾਂ ਵੱਲੋਂ ਕੀਤਾ ਜਾਂਦਾ ਹੈ ਕਿ ਕਿਸੇ ਵੀ ਇਨਸਾਨ ਦੀ ਜਾਨ ਨਾ ਜਾਵੇ, ਬਚਾ ਜਾਵੇ। ਕਿਉਂਕਿ ਅੱਜ ਕੱਲ੍ਹ ਟਾਈਫਾਇਡ ਜਾਂ ਫਿਰ ਹੋਰ ਕਈ ਤਰ੍ਹਾਂ ਚਿਕਨਗੁਨੀਆ ਦੀ ਗੱਲ ਕਰੀਏ, ਇੱਦਾਂ ਦੀ ਬਿਮਾਰੀ ਚੱਲ ਰਹੀਆਂ ਨੇ। ਸੈਣੀ ਸਾਹਿਬ, ਕਿਵੇਂ ਦੇਖਦੇ ਹੋ ਕਿ ਮੋਹਾਲੀ ਦੇ ਵਿੱਚ ਕਿਵੇਂ ਦਾ ਹਾਲਾਤ ਨੇ? ਕਿ ਜਿਸ ਤਰੀਕੇ ਨਾਲ ਸ਼ਰਮਾ ਜੀ ਨੇ ਦੱਸਿਆ ਕਿ ਲਗਾਤਾਰ ਧਮਕੀਆਂ ਆ ਰਹੀਆਂ ਨੇ ਕਈ ਜੁਐਲਰਸ ਨੂੰ, ਕਿਵੇਂ ਦੇ ਹਾਲਾਤ ਚੱਲ ਰਹੇ ਨੇ? ਦੇਖੋ ਜੀ, ਜਿਹੜੇ ਹਾਲਾਤ ਨੇ ਉਹ ਤਾਂ ਸਾਰੇ ਪੰਜਾਬ 'ਚ ਹੀ ਬਹੁਤ ਮਾੜੇ ਨੇ। ਸਰਕਾਰ ਦਾ ਬਿਲਕੁਲ ਲਾਅ ਐਂਡ ਆਰਡਰ ਵਾਲੇ ਪਾਸੇ ਕੋਈ ਧਿਆਨ ਨਹੀਂ ਹੈ। ਖਾਸ ਕਰਕੇ ਜੇ ਆਪਾਂ ਮੋਹਾਲੀ ਦੀ ਗੱਲ ਕਰੀਏ, ਸੋ ਜਿੰਨਾ ਪੰਜਾਬ ਦਾ ਗੈਂਗਸਟਰ ਹੈ, ਜਿਹੜਾ ਹੁਣ ਗੈਂਗਸਟਰ ਕਲਚਰ ਚੱਲਿਆ ਹੈ, ਉਹ ਸਾਰੇ ਆ ਕੇ ਪਨਾਹ ਜਿਹੜੀ ਹੈ ਉਹ ਮੋਹਾਲੀ ਜ਼ਿਲ੍ਹੇ ਦਾ, ਚਾਹੇ ਖਰੜ ਹੋਵੇ, ਮੋਹਾਲੀ ਦਾ ਆਊਟਰ ਏਰੀਆ ਹੋਵੇ, ਚਾਹੇ ਜ਼ੀਰਕਪੁਰ ਹੋਵੇ, ਇਹਦੇ ਜੇ ਆਪਾਂ ਫਲੈਟਸ ਦੀ ਗੱਲ ਕਰੀਏ, ਸਾਰੇ ਉੱਥੇ ਗੈਂਗਸਟਰ ਜਦੋਂ ਵੀ ਕਿਤੇ ਪਿੱਛੇ ਰਿਕਵਰੀ ਵੀ ਹੋਈ ਹੈ ਉਹ ਸਾਰੇ ਉੱਥੇ ਹੀ ਪਾਏ ਜਾਂਦੇ ਆ। ਕਿਉਂਕਿ ਇੱਥੇ ਥੋੜਾ ਸੌਖਾ ਲੱਗਦਾ ਅਗਲਿਆਂ ਨੂੰ ਵੀ ਜਿੱਦੋਂ ਰੇਡ ਪਈ, ਕਦੀ ਹਰਿਆਣੇ ਨੂੰ ਨਿਕਲ ਜਾਓ, ਹਿਮਾਚਲ ਨੂੰ ਨਿਕਲ ਜਾਓ। ਸੋ ਇਹ ਸਿਚੁਏਸ਼ਨ ਬੜੀ ਗੰਭੀਰ ਹੈ। ਸੋ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਨੇੜੇ ਬੈਠੇ ਹੈ, ਸਾਰਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਬੈਠਾ ਹੈ। ਇੰਨੀਆਂ ਰਿਕਵਰੀਆਂ ਵੀ ਹੋਈਆਂ, ਚਾਹੇ ਇੰਟੈਲੀਜੈਂਸ ਆਫਿਸ ਸੀ ਉਹ ਤੇ RPG ਅਟੈਕ ਹੋਇਆ, ਉਸ ਤੋਂ ਬਾਅਦ ਹੋਮਲੈਂਡ 'ਚੋਂ ਰਿਕਵਰੀ ਹੋਈ, ਖਰੜ ਦੇ ਕਾਫੀ ਜਗ੍ਹਾ ਤੋਂ ਗੈਂਗਸਟਰ ਫੜੇ ਗਏ। ਸੋ ਸਰਕਾਰ ਦੇ ਕਹਿ ਲਓ ਵੀ ਹੁੰਦਿਆਂ ਸੁਣਦਿਆਂ, ਸਭ ਕੁਝ ਪਤਾ ਹੁੰਦਿਆਂ ਵੀ ਜਾਂ ਤਾਂ ਕਰਨਾ ਹੀ ਨਹੀਂ ਚਾਹੁੰਦੇ ਜਾਂ ਕੋਈ ਮਿਲੀ ਭੁਗਤ ਇਹਦੇ ਵਿੱਚ। ਇਸ ਤਾਂ ਇਹੀ ਸਮਝ ਸਕਦੇ ਹਾਂ ਵੀ ਜੇ, ਕਿਉਂਕਿ ਪੰਜਾਬ ਦੀ ਪੁਲਿਸ ਤਾਂ ਇਹੋ ਜਿਹੀ ਹੈ ਨਹੀਂ ਕਿ ਪੰਜਾਬ ਦੀ ਪੁਲਿਸ ਨੇ ਅੱਤਵਾਦ ਨਾਲ ਲੜਾਈ ਲੜੀ ਹੈ। ਪੰਜਾਬ ਦੀ ਪੁਲਿਸ ਬਹੁਤ ਸਮਰੱਥ ਹੈ, ਪਰ ਜਦੋਂ ਉੱਪਰਲੇ ਕਹਿ ਲਓ ਵੀ ਹੁਕਮਰਾਨ ਹੈ ਜਿਹੜੇ, ਉਹੀ ਕੋਈ ਉਹਨੂੰ ਨਹੀਂ ਲੈਣਗੇ ਤਾਂ ਫਿਰ ਅਫਸਰ ਵੀ ਉਸ ਹਿਸਾਬ ਨਾਲ ਢਿੱਲੇ ਹੋ ਜਾਂਦੇ ਆ। ਠੀਕ ਹੈ, ਬਿਲਕੁਲ। ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪੰਜਾਬ ਦੀ ਸਥਿਤੀ ਚੱਲ ਰਹੀ ਹੈ ਉਸ ਮੁਤਾਬਕ ਹਰ ਇਨਸਾਨ ਚਿੰਤਾ ਦੇ ਵਿੱਚ ਹੈ। ਤਾਂ ਇਸ ਨੂੰ ਲੈ ਕੇ ਬਿਸ਼ਟੀ ਸਾਡੇ ਨਾਲ ਨੇ। ਬਿਸ਼ਟੀ ਜੀ, ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਮੋਦੀ ਜੀ ਲਗਾਤਾਰ ਇਹ ਸੰਬੋਧਨ ਕਰ ਰਹੇ ਨੇ ਕਿ ਡਬਲ ਇੰਜਨ ਦੀ ਸਰਕਾਰ ਬਣੇਗੀ ਹਿਮਾਚਲ ਦੇ ਵਿੱਚ ਵੀ ਤਾਂ ਹੁਣ ਗੁਜਰਾਤ ਦੇ ਵਿੱਚ ਵੀ, ਕਿੰਨੀ ਕੁ ਲੋੜ ਹੈ? ਕਿਉਂਕਿ ਪੰਜਾਬ ਦੇ ਜਿਹੜੇ ਤੁਹਾਡੇ ਲੀਡਰਾਂ ਵੱਲੋਂ ਕਿਹਾ ਗਿਆ ਹਾਲਾਤ ਠੀਕ ਨਹੀਂ ਚੱਲ ਰਹੇ। ਦੇਖੋ, ਤੁਸੀਂ ਹਿਮਾਚਲ ਔਰ ਗੁਜਰਾਤ ਨੂੰ ਕੰਪੇਅਰ ਕਰਕੇ ਦੇਖੋ ਪੰਜਾਬ ਦੇ ਨਾਲ। ਡਬਲ ਇੰਜਨ ਸਰਕਾਰ ਦਾ ਫਾਇਦਾ ਹੁੰਦਾ ਜਦੋਂ ਹਿਮਾਚਲ 'ਚ BJP ਦੀ ਸਰਕਾਰ, ਦਿੱਲੀ 'ਚ BJP ਦੀ ਸਰਕਾਰ। ਅੰਬ ਤੋਂ ਦਿੱਲੀ ਪਹੁੰਚਣ ਲਈ 15 ਤੋਂ 18 ਘੰਟੇ ਲੱਗਦੇ ਸੀਗੇ। ਸਰਕਾਰ ਨੇ ਵੰਦੇ ਭਾਰਤ ਟ੍ਰੇਨ ਚਲਾ ਕੇ ਹਿਮਾਚਲ ਪ੍ਰਦੇਸ਼ ਨੂੰ ਦਿੱਲੀ ਦੇ ਨਾਲ 5.5 ਘੰਟਾ ਜੋੜਤਾ।
ਉੱਥੇ ਏਮਸ ਲਿਆਂਦਾ, IIT ਲਿਆਂਦੀਆਂ, ਇਨਫਰਾਸਟ੍ਰਕਚਰ ਡਿਵੈਲਪ ਹੋ ਰਹੇ ਨੇ, 4 ਲੇਨਿੰਗ ਰੋਡਸ ਬਣ ਰਹੀਆਂ ਨੇ। ਗੁਜਰਾਤ ਹਿੰਦੁਸਤਾਨ 'ਚ 1 ਨੰਬਰ ਤੇ ਚੱਲ ਰਿਹਾ ਇਕਨੋਮਿਕਲੀ, ਤੁਸੀਂ ਦੇਖੋ ਕਿੰਨਾ ਹੁਣ 에ਅਰਬਸ ਨੇ ਉੱਥੇ ਇਨਵੈਸਟਮੈਂਟ ਕੀਤੀ ਆ। ਪੰਜਾਬ ਦੇ ਵਿੱਚ ਜਿਹੜੀ ਇਹ ਪੋਲੀਟੀਕਲ ਅਨਸਰਟਨਟੀ ਔਰ ਜਿਸ ਤਰੀਕੇ ਨਾਲ ਪਿਛਲੇ 6-8 ਮਹੀਨੇ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਔਰ ਜਿਸ ਤਰੀਕੇ ਨਾਲ ਰੋਜ਼-ਰੋਜ਼ ਵਾਰਦਾਤਾਂ ਹੋ ਰਹੀਆਂ ਨੇ, ਉਹ ਤੋਂ ਇੱਥੇ ਇਨਵੈਸਟਰ ਆਉਣ ਤੋਂ ਡਰ ਰਿਹਾ। ਔਰ ਇਨਵੈਸਟਰ ਤੋਂ ਇਲਾਵਾ ਜਿਹੜਾ ਲੋਕ ਆ ਉਹ ਵੀ ਸਹਿਮੇ ਬੈਠੇ ਨੇ। ਮੇਰੇ ਕਈ ਸਾਥੀਆਂ ਨਾਲ ਗੱਲ ਹੋਈ ਹੈ, ਮੇਰੇ ਹਿੰਦੂ ਭਰਾਵਾਂ ਦੇ ਨਾਲ, ਸਿੱਖ ਭਰਾਵਾਂ ਦੇ ਨਾਲ, ਉਹ ਸਾਰੇ ਸਹਿਮੇ ਬੈਠੇ ਨੇ ਕਿ ਪੰਜਾਬ 'ਚ ਹੋ ਕੀ ਰਿਹਾ। ਅਸੀਂ ਤੇ ਬਦਲਾਅ ਵਾਸਤੇ ਸਰਕਾਰ ਲੈ ਕੇ ਆਏ ਸੀ, ਇਹ ਕਿਹੜਾ ਬਦਲਾਅ ਲੈ ਆਏ? ਇਹਨਾਂ ਨੇ ਕਿਹਾ ਸੀ 3 ਮਹੀਨੇ ਦੇ ਵਿੱਚ ਅਸੀਂ ਨਸ਼ਾ ਖਤਮ ਕਰਾਂਗੇ। ਅੱਜ 9 ਮਹੀਨੇ ਹੋ ਗਏ, ਪੰਜਾਬ 'ਚ ਕੋਈ ਐਸਾ ਦਿਨ ਨਹੀਂ ਹੁੰਦਾ ਜਿਸ ਦਿਨ 2 ਤੋਂ 3 ਨਸ਼ੇ ਦੇ ਕਾਰਨ ਮੌਤਾਂ ਨਾ ਹੋ ਰਹੀਆਂ ਹੋਣ। ਗੈਂਗਸਟਰ ਐਕਟੀਵਿਟੀ ਵਧੀ ਜਾ ਰਹੀ ਆ। ਸਿੱਧੂ ਮੂਸੇਵਾਲੇ ਦਾ ਹੁਣੇ ਸੁਭਾਸ਼ ਜੀ ਨੇ ਜ਼ਿਕਰ ਕੀਤਾ ਕਿਸ ਤਰੀਕੇ ਨਾਲ ਜੋ ਕੁਝ ਹੋਇਆ, ਜੋ ਅੰਮ੍ਰਿਤਸਰ ਘਟਨਾ ਵਾਪਰੀ ਆ ਅੱਜ ਤੋਂ 3-4 ਦਿਨ ਪਹਿਲੇ। ਇਹ ਸਾਰੇ ਜਿਹੜੀਆਂ ਚੀਜ਼ਾਂ ਨੇ ਇਹ ਕੁੱਲ ਮਿਲਾ ਕੇ ਲੋਕਾਂ ਦਾ ਮਨੋਬਲ, ਪੰਜਾਬੀਆਂ ਦਾ ਮਨੋਬਲ ਘਟਾ ਰਹੇ ਨੇ ਔਰ ਲੋਕਾਂ ਦੇ ਵਿੱਚ ਇੱਕ ਵਿਚਾਰ ਆ ਰਿਹਾ ਕਿ ਪੰਜਾਬ 'ਚ ਕੁਝ ਨਹੀਂ ਰੱਖਿਆ, ਚਲੋ ਬਾਹਰ ਭੱਜੀਏ। ਔਰ ਬੱਚੇ ਆਈਲੈਟਸ ਕਰ ਕਰਕੇ ਬਾਹਰ ਭੱਜਦੇ ਜਾ ਰਹੇ ਨੇ। ਸੋ ਬਹੁਤ ਜ਼ਰੂਰੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਛੇਤੀ ਤੋਂ ਛੇਤੀ ਇੱਥੇ ਆਵੇ, ਕਿਉਂਕਿ ਸਬਕਾ ਸਾਥ ਸਬਕਾ ਵਿਕਾਸ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਹੈਗੀ ਆ। ਔਰ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਤਰੱਕੀ ਵਾਸਤੇ ਜਿੱਦਾਂ ਮੋਦੀ ਜੀ ਨੇ ਅੱਜ ਤੱਕ ਜਿਹੜਾ ਵੀ ਪੰਜਾਬ ਲਈ ਵਾਅਦਾ ਕੀਤਾ ਉਹ ਪੂਰਾ ਕੀਤਾ। ਭਾਵੇਂ 1984 ਦੇ ਸਿੱਖ ਦੰਗਿਆਂ ਦੀ ਨਸਲਖੋਰੀ ਦਾ ਮਾਮਲਾ ਸੀ, ਕੇਸ ਬੰਦ ਹੋ ਗਏ ਸੀਗੇ, ਕੇਸ ਖੁਲਵਾ ਕੇ ਸੱਜਣ ਕੁਮਾਰ ਅੰਦਰ ਦਿੱਤਾ, ਗਵਾਹੀਆਂ ਕਰਾ ਕੇ ਕਾਨੂੰਨ ਨੇ ਦਿੱਤਾ। ਉਸ ਤੋਂ ਬਾਅਦ ਹੋਰ ਵੀ ਕੇਸ ਚੱਲ ਰਹੇ ਨੇ ਇਸ ਮਸਲੇ ਦੇ ਉੱਤੇ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਇੱਕ ਐਗਜ਼ਾਮਪਲ ਹੈਗੀ ਆ। ਹੇਮਕੁੰਟ ਸਾਹਿਬ ਰੋਪਵੇ ਬ੍ਰਿਜ ਬਣਾਇਆ ਗਿਆ, ਜਿਹੜਾ 8 ਘੰਟੇ ਦਾ ਸਫ਼ਰ ਸੀ ਉਹ ਘਟਾ ਕੇ 30 ਮਿੰਟਾਂ ਦਾ ਰਹਿ ਗਿਆ। ਹੁਣ ਬਜ਼ੁਰਗ ਲੋਕ ਵੀ ਦਰਸ਼ਨ ਦੀਦਾਰ ਕਰ ਸਕਣਗੇ ਸ਼੍ਰੀ ਹੇਮਕੁੰਟ ਸਾਹਿਬ ਦੇ। ਉਸ ਤੋਂ ਇਲਾਵਾ ਵੀਰ ਬਾਲ ਦਿਵਸ, ਅਨੇਕਾਂ IIT, ਏਮਸ, ਅਨੇਕ ਕੰਮ ਪੰਜਾਬ ਵਾਸਤੇ ਕਰਦੇ ਜਾ ਰਹੇ ਨੇ ਮੋਦੀ ਜੀ ਔਰ ਬਿਨਾਂ ਮੰਗੇ ਹੋਏ ਕਰ ਰਹੇ ਨੇ। ਮੈਨੂੰ ਉਮੀਦ ਹੈ ਜਿਹੜੀ ਹੁਣ ਵੰਦੇ ਭਾਰਤ ਟ੍ਰੇਨ ਵੀ ਸੀਗੀ ਉਹਨੂੰ ਖਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਸਟਾਪ ਦਿੱਤਾ ਗਿਆ ਤਾਂ ਕਿ ਲੋਕ ਜਿਹੜੇ ਹੈਗੇ ਨੇ ਉਹ ਦਿੱਲੀ ਦੇ ਨਾਲ ਜੁੜ ਸਕਣ ਔਰ ਜਿਹੜਾ ਇੱਕ ਧਾਰਮਿਕ ਟੂਰਿਜ਼ਮ ਆ ਉਹ ਹੋ ਸਕੇ। ਸੋ ਇਹ ਸਾਰੇ ਕੰਮ ਹੋ ਰਹੇ ਨੇ, ਇਸ ਲਈ BJP ਦੀ ਸਰਕਾਰ ਪੰਜਾਬ 'ਚ ਬਣਨਾ ਬਹੁਤ ਜ਼ਰੂਰੀ ਹੈ ਜੇ ਅਸੀਂ ਪੰਜਾਬ ਨੂੰ ਬਚਾਉਣਾ। ਠੀਕ ਹੈ, ਬਿਲਕੁਲ। ਤੁਸੀਂ ਦੇਖੋ ਕਿ ਲਗਾਤਾਰ ਜਿਹੜੇ BJP ਦੇ ਲੀਡਰ ਨੇ ਅੱਜ ਪਹੁੰਚੇ ਹੋਏ ਸੀ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਗਰ ਹਿਮਾਚਲ ਤੇ ਨਾਲ ਗੁਜਰਾਤ ਦੇ ਵਿੱਚ BJP ਸਰਕਾਰ ਆਉਂਦੀ ਹੈ, ਡਬਲ ਇੰਜਨ ਸਰਕਾਰ ਆਉਂਦੀ ਹੈ, ਤਾਂ ਅਸੀਂ ਜਿਹੜੇ ਉੱਚ ਪੱਧਰ ਦਾ ਵਿਕਾਸ। ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਉਹਨਾਂ ਚੈਨਲ ਮੈਂ ਸੁਮਿਤ ਦੇ ਨਾਲ ਹਰਤੇਜ ਸਿੰਘ।